ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 383 ਤੋਂ ਲੈ ਕੇ 385 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ। ਕਰ ਕਿਰਪਾ ਪ੍ਰਭ ਅੰਤਰ ਜਾਮੀ, ਸਾਧ ਸੰਗ ਹਰ ਪਾਈਐ। ਖੋਲ ਕਿਵਾਰ ਦਿਖਾਲੇ ਦਰਸ਼ਨ, ਪੁਨਰਪ ਜਨਮ ਨ ਆਈਐ। ਮਿਲੋ ਪ੍ਰੀਤਮ ਸੁਆਮੀ ਆਪਣੇ, ਸਗਲੇ ਦੁਖ ਹਰੋ ਰੇ। ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ, ਤਾਕੈ ਸੰਗਤ ਰੋਰੇ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਕਰ ਕਿਰਪਾ ਪ੍ਰਭ ਅੰਤਰਜਾਮੀ, ਸਾਧ ਸੰਗ ਹਰ ਪਾਈਐ। ਕਹਿੰਦੇ ਹੇ ਪਰਮੇਸ਼ਰ ਜੀ, ਤੁਸੀਂ ਹੀ ਸਾਡੇ 'ਤੇ ਕਿਰਪਾ ਕਰਕੇ ਸਾਧ ਸੰਗਤ ਦੇ ਵਿੱਚ ਗੁਰੂ ਦੇ ਨਾਲ ਮਿਲਾਪ ਕਰਾ ਦਿਓ, ਤਾਂ ਕਿ ਫਿਰ ਅਸੀਂ ਤੁਹਾਨੂੰ ਪਾ ਸਕੀਏ ਗੁਰੂ ਦੇ ਰਾਹੀਂ। ਫਿਰ ਗੁਰੂ ਨੇ ਕਹਿੰਦੇ ਸਾਰੇ ਜਿਹੜੇ ਉਹ ਦਰਵਾਜ਼ੇ ਜਿਹੜੇ ਪਰਦੇ ਪਰਮਾਤਮਾ ਦੇ ਅਤੇ ਜੀਵ ਦੇ ਵਿੱਚ ਨੇ, ਉਹ ਖੋਲ੍ਹ ਦੇਣੇ ਨੇ। ਫਿਰ ਜੀਵ ਨੂੰ ਪਰਮਾਤਮਾ ਦਾ ਦਰਸ਼ਨ ਹੁੰਦਾ। ਫਿਰ ਕਹਿੰਦੇ ਜਿਹੜਾ ਜਨਮ ਮਰਨ ਦਾ ਜੀਵ ਦਾ ਚੱਕਰ ਆ ਉਹ ਖਤਮ ਹੋ ਜਾਂਦਾ। ਇੱਕ ਜਿਹੜੇ ਹੈਗੇ ਨੇ ਪਰਦੇ ਕਾਹਦੇ ਨੇ? ਮਾਇਆ ਦੇ, ਵਿਕਾਰਾਂ ਦੇ ਪਰਦੇ। ਇਹ ਜਦੋਂ ਗੁਰੂ ਦੇ ਰਾਹੀਂ ਖੋਲ੍ਹੇ ਜਾਂਦੇ ਨੇ, ਫਿਰ ਪਰਮਾਤਮਾ ਦਾ ਜੀਵ ਨੂੰ ਅਨੁਭਵ ਹੋ ਜਾਂਦਾ ਹੈ। ਕਹਿੰਦੇ ਜਦੋਂ ਪ੍ਰੀਤਮ ਦੇ ਨਾਲ ਜਾਣ ਪਛਾਣ ਹੋ ਜਾਂਦੀ ਆ, ਪਰਮਾਤਮਾ ਦਾ ਮੇਲ ਹੋ ਜਾਂਦਾ, ਫਿਰ ਜੀਵ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ। ਕਹਿੰਦੇ ਜਿਸ ਜੀਵ ਨੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਧਿਆਇਆ, ਉਹਦੀ ਸੰਗਤ ਕਰਕੇ ਦੂਸਰੇ ਜੀਵ ਵੀ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ। ਉਹਦੀ ਸੰਗਤ ਦਾ ਇੰਨਾ ਲਾਭ ਹੋ ਜਾਂਦਾ। ਮਹਾ ਉਦਿਆਨ ਪਾਵਕ ਸਾਗਰ ਪਏ, ਹਰਖ ਸੋਗ ਮਹਿ ਬਸਨਾ। ਸਤਿਗੁਰ ਭੇਟ ਪਿਆ ਮਨ ਨਿਰਮਲ, ਜਪ ਅੰਮ੍ਰਿਤ ਹਰ ਰਸਨਾ। ਕਹਿੰਦੇ ਇਹ ਸੰਸਾਰ ਸਾਗਰ ਤ੍ਰਿਸ਼ਨਾ ਦੀ ਅੱਗ ਨਾਲ ਭਰਿਆ ਹੋਇਆ, ਅਤੇ ਜਦੋਂ ਜੀਵ ਇਹਦੇ ਵਿੱਚ ਵਿਚਰਦੇ ਨੇ, ਫਿਰ ਉਹ ਹਮੇਸ਼ਾ ਕਦੇ ਦੁੱਖ ਕਦੇ ਸੁੱਖ, ਇਸ ਤਰ੍ਹਾਂ ਜੀਵਨ ਦੇ ਵਿੱਚ ਉਹ ਇਹਨਾਂ ਚੀਜ਼ਾਂ ਦੇ ਵਿੱਚ ਹੀ ਵਿਆਪਕ ਰਹਿੰਦੇ ਨੇ, ਦੁਖੀ ਹੁੰਦੇ ਰਹਿੰਦੇ ਨੇ, ਕਦੇ ਸੁਖੀ ਹੁੰਦੇ ਰਹਿੰਦੇ ਨੇ। ਪਰ ਜਦੋਂ ਕਹਿੰਦੇ ਕਿਸੇ ਜੀਵ ਦਾ ਗੁਰੂ ਦੇ ਨਾਲ ਮੇਲ ਹੋ ਜਾਂਦਾ, ਤਾਂ ਉਹ ਜੀਵ ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਪਰਮਾਤਮਾ ਦਾ ਨਾਮ ਜਪ ਕੇ ਪਵਿੱਤਰ ਹਿਰਦੇ ਵਾਲੇ ਹੋ ਜਾਂਦੇ ਨੇ ਅਤੇ ਸਫਲ ਜੀਵਨ ਜੀਂਦੇ ਨੇ। ਤਨ ਧਨ ਥਾਪ ਕੀਓ ਸਭ ਆਪਣਾ, ਕੋਮਲ ਬੰਧਨ ਬਾਂਧਿਆ। ਗੁਰ ਪ੍ਰਸਾਦ ਭਏ ਜਨ ਮੁਕਤੇ, ਹਰ ਹਰ ਨਾਮ ਅਰਾਧਿਆ। ਕਹਿੰਦੇ ਸੰਸਾਰ ਵਿੱਚ ਬਹੁਤੇ ਜੀਵ ਹਰ ਇੱਕ ਚੀਜ਼ ਨੂੰ ਤਨ ਧਨ ਉਹਨੂੰ ਆਪਣਾ ਸਮਝ ਕੇ ਮਾਇਆ ਦੇ ਵਿੱਚ ਗਲਤਾਨ ਨੇ। ਪਰ ਕਹਿੰਦੇ ਕੋਈ ਜੀਵ ਜਿਹੜਾ ਗੁਰੂ ਦੀ ਕਿਰਪਾ ਜੀ 'ਤੇ ਹੁੰਦੀ ਆ, ਉਹ ਪਰਮਾਤਮਾ ਦਾ ਨਾਮ ਜਪ ਕੇ ਇਹਨਾਂ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ, ਜਿਨ੍ਹਾਂ ਨੂੰ ਫਿਰ ਜੀਵਨ ਮੁਕਤ ਕਹਿ ਦਈਦਾ। ਰਾਖ ਲੀਏ ਪ੍ਰਭ ਰਾਖਣ ਹਾਰੈ, ਜੋ ਪ੍ਰਭ ਆਪਣੇ ਭਾਣੇ। ਜਿਉ ਪਿੰਡ ਸਭ ਤੁਮਰਾ ਦਾਤੇ, ਨਾਨਕ ਸਦ ਕੁਰਬਾਣੇ। ਫਿਰ ਕਹਿੰਦੇ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਦੀ ਮਿਹਰ ਹੁੰਦੀ ਆ, ਫਿਰ ਉਹ ਇਸ ਮਨ ਦੀ ਅਵਸਥਾ 'ਤੇ ਪਹੁੰਚ ਜਾਂਦੇ ਨੇ। ਉਹ ਸਭ ਕੁਛ ਕਹਿੰਦੇ ਨੇ, ਜਿੰਦ ਸਰੀਰ ਪਰਮਾਤਮਾ ਜੀ ਤੇਰੀ ਦਾਤ ਹੈ, ਉਹ ਸਭ ਕੁਛ ਪਰਮਾਤਮਾ ਦਾ ਮੰਨ ਕੇ ਚੱਲਦੇ ਨੇ ਅਤੇ ਸਦਾ ਉਹਦਾ ਨਾਂ ਧਿਆਉਂਦੇ ਨੇ। ਫਿਰ ਨਾਨਕ ਜੀ ਕਹਿੰਦੇ ਨੇ ਕਿ ਹੇ ਪਰਮੇਸ਼ਰ ਜੀ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਜਿਹੜੇ ਤੇਰਾ ਨਾਂ ਧਿਆਉਂਦੇ ਨੇ, ਜੋ ਸਭ ਕੁਛ ਤੇਰੀਆਂ ਦਾਤਾਂ ਨੂੰ ਸਵੀਕਾਰ ਕਰਦੇ ਨੇ ਵੀ ਸਭ ਕੁਛ ਦਾਤੇ ਦਾ। ਆਸਾ ਮਹੱਲਾ ਪੰਜਵਾਂ। ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੁਗ੍ਰਹਿ ਭਿਓਰੀ। ਮਹਾ ਮੋਹਨੀ ਤੁਧ ਨਾ ਵਿਆਪੈ, ਤੇਰਾ ਆਲਸ ਕਹਾਂ ਗਿਓਰੀ ਰਹਾਓ। ਫਿਰ ਇਸ ਤਰ੍ਹਾਂ ਦਾ ਦ੍ਰਿਸ਼ ਬਣਦੇ ਨੇ ਕਿ ਇੱਕ ਜੀਵ ਜਿਸ ਨੂੰ ਪਰਮਾਤਮਾ ਦੇ ਨਾਮ ਦੀ ਲਿਵ ਲੱਗੀ ਆ,
ਉਹਨੂੰ ਦੇਖ ਕੇ ਦੂਜਾ ਜੀਵ ਜਿਹਨੂੰ ਅਜੇ ਇਹ ਦਾਤ ਪ੍ਰਾਪਤ ਨਹੀਂ ਹੋਈ, ਉਹ ਪੁੱਛ ਰਿਹਾ ਕਿ ਵੀ ਤੇਰੀ ਜਿਹੜੀ ਮੋਹ ਮਾਇਆ ਦੀ ਨੀਂਦ ਸੀ ਉਹ ਕਿਵੇਂ ਤੇਰੀ ਖਤਮ ਹੋ ਗਈ ਆ, ਤੇਰੇ 'ਤੇ ਕਿਹੜੀ ਕਿਰਪਾ ਹੋ ਗਈ ਆ ਵੀ ਤੈਨੂੰ ਹੁਣ ਜਿਹੜੀ ਇਹ ਮਾਇਆ ਹੈਗੀ ਆ ਇਹ ਤੈਨੂੰ ਵਿਆਪਦੀ ਨਹੀਂ ਹੈਗੀ, ਅਤੇ ਤੇਰਾ ਪਰਮਾਤਮਾ ਦਾ ਨਾਮ ਜਪਣ ਵੱਲੋਂ ਤੈਨੂੰ ਕੋਈ ਆਲਸ ਵੀ ਨਹੀਂ ਹੈ ਵੀ ਤੇਰੇ 'ਤੇ ਕਿਹੜੀ ਕਿਰਪਾ ਹੋ ਗਈ ਆ। ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁਟਿਓਰੀ, ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆਂ, ਸਗਲੋ ਪਵਨ ਲੁਟਿਓਰੀ। ਕਹਿੰਦੇ ਵੀ ਹੁਣ ਤੇਰੇ ਵਿੱਚ ਕੋਈ ਕਾਮ ਕ੍ਰੋਧ ਹੰਕਾਰ ਖਤਮ ਹੋ ਗਿਆ, ਵੀ ਕਿਹੜੇ ਤਰੀਕੇ ਦੇ ਨਾਲ ਤੇਰੇ ਵਿੱਚੋਂ ਇਹ ਸਾਰੇ ਵਿਕਾਰ ਖਤਮ ਹੋ ਗਏ ਨੇ। ਉਹ ਮਾਇਆ ਜਿਹਨੇ ਭਲੇ ਮਨੁੱਖਾਂ ਨੂੰ ਦੇਵਤਿਆਂ ਨੂੰ ਨਹੀਂ ਬਖਸ਼ਿਆ, ਜਿਹਨੇ ਸਾਰੇ ਸੰਸਾਰ ਨੂੰ ਕਹਿੰਦੇ ਠੱਗ ਲਿਆ ਮਾਇਆ ਨੇ, ਵੀ ਤੇਰਾ ਉਹ ਮਾਇਆ ਦਾ ਰੋਗ ਕਿਵੇਂ ਖਤਮ ਹੋ ਗਿਆ। ਦਾਵਾ ਅਗਨ ਬਹੁਤ ਤ੍ਰਿਣ ਜਾਲੈ, ਕੋਈ ਹਰਿਆ ਬੂਟ ਰਿਹੋਰੀ, ਐਸੋ ਸਮਰੱਥ ਵਰਨ ਨਾ ਸਾਕੋ, ਤਾਕੀ ਉਪਮਾ ਜਾਤ ਨਾ ਕਿਹੋਰੀ। ਕਹਿੰਦੇ ਜਦੋਂ ਜੰਗਲ ਦੇ ਵਿੱਚ ਅੱਗ ਲੱਗਦੀ ਆ ਸਭ ਕੁਝ ਸੜ ਜਾਂਦਾ, ਘਾਹ ਬੂਟ ਛੋਟੇ ਮੋਟੇ ਸਭ ਕੁਛ, ਕਿ ਕੋਈ ਕਹਿੰਦੇ ਹਰਿਆ ਬੂਟਾ ਹੁੰਦਾ ਵੀ ਜਿਹੜਾ ਕਹਿੰਦੇ ਬਚ ਜਾਂਦਾ, ਜੀਂਦਾ ਰਹਿੰਦਾ। ਕਹਿੰਦੇ ਇਸ ਤਰ੍ਹਾਂ ਹੀ ਵੀ ਇਹ ਜੀਵ ਜਿਹਦੇ 'ਚ ਇੰਨੇ ਚੰਗੇ ਗੁਣ ਆ ਗਏ, ਮਾਇਆ ਨਹੀਂ ਹੁਣ ਇਹਨੂੰ ਪਾਉਂਦੀ, ਅਤੇ ਫਿਰ ਕਹਿੰਦੇ ਇਸ ਤਰ੍ਹਾਂ ਦੇ ਜੀਵ ਨੂੰ ਤਾਂ ਹੋਰ ਕਿਹਦੇ ਨਾਲ ਇਹਦੀ ਮਤਲਬ ਤੁਲਨਾ ਕੀਤੀ ਜਾ ਸਕਦੀ ਆ। ਇਸ ਤਰ੍ਹਾਂ ਦਾ ਤਾਂ ਜੀਵ ਸੰਸਾਰ ਦੇ ਵਿੱਚ ਕੋਈ ਮਿਲਦਾ, ਇਹਦੀ ਤਾਂ ਕਹਿੰਦੇ ਵੀ ਚੰਗਿਆਈਆਂ ਵਰਣਨ ਹੀ ਨਹੀਂ ਕੀਤੀਆਂ ਜਾ ਸਕਦੀਆਂ। ਕਾਜਰ ਕੋਟ ਮਹਿ ਭਈ ਨਕਾਰੀ, ਨਿਰਮਲ ਬਰਨ ਬਨਿਓਰੀ। ਫਿਰ ਕਹਿੰਦੇ ਵੀ ਇਹ ਜਿਹੜੀ ਮਾਇਆ ਦੀ ਕਾਲੀ ਕੋਠੜੀ ਆ ਇਹ ਇਹਦੇ ਵਿੱਚ ਵੀ ਬਚ ਗਈ ਆ, ਇਹਦਾ ਮਨ ਪਵਿੱਤਰ ਹੈਗਾ, ਇਹਨੂੰ ਮਾਇਆ ਦੀ ਕਾਲਖ ਨਹੀਂ ਲੱਗੀ ਹੈਗੀ ਜੀਵ ਨੂੰ, ਵੀ ਇਹਦੇ 'ਤੇ ਕਿਹੜੀ ਕਿਰਪਾ ਹੋਈ ਆ। ਮਹਾ ਮੰਤਰ ਗੁਰ ਹਿਰਦੈ ਬਸਿਓ, ਅਚਰਜ ਨਾਮ ਸੁਨਿਓਰੀ। ਫਿਰ ਉਹ ਸਖੀ ਦੱਸਦੀ ਆ ਕਿ ਮੇਰੇ 'ਤੇ ਇਹ ਕਿਰਪਾ ਹੋਈ ਆ ਕਿ ਮੇਰੇ ਹਿਰਦੇ ਵਿੱਚ ਗੁਰੂ ਦੇ ਰਾਹੀਂ ਦੱਸਿਆ ਹੋਇਆ ਪਰਮਾਤਮਾ ਦਾ ਮੰਤਰ ਨਾਮ ਕਹਿੰਦੇ ਚੱਲ ਰਿਹਾ ਹੈ ਮੇਰੇ ਹਿਰਦੇ ਦੇ ਵਿੱਚ। ਇਹਨਾਂ ਕਰਕੇ ਕਹਿੰਦੇ ਮੇਰੇ ਇਹ ਵਿਕਾਰ ਖਤਮ ਹੋ ਗਏ, ਮੈਨੂੰ ਮਾਇਆ ਦੀ ਕਾਲਖ ਨਹੀਂ ਲੱਗੀ, ਮੇਰੇ 'ਤੇ ਇਹ ਕਿਰਪਾ ਹੋ ਗਈ ਆ, ਮੈਨੂੰ ਨਾਮ ਜਪਣ ਦਾ ਆਲਸ ਨਹੀਂ ਹੁੰਦਾ ਹੈਗਾ। ਗੁਰੂ ਦੇ ਰਾਹੀਂ ਵਾਹਿਗੁਰੂ ਦਾ ਮੰਤਰ ਮੇਰੇ ਮਨ 'ਚ ਵਸ ਗਿਆ। ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣੇ ਚਰਨ ਲਗਾਈ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਫਿਰ ਉਹ ਜੀਵ ਇਸਤਰੀ ਕਹਿੰਦੀ ਆ ਵੀ ਪਰਮਾਤਮਾ ਨੇ ਕਿਰਪਾ ਕਰਕੇ ਮੇਰੇ 'ਤੇ ਕਹਿੰਦੇ ਮਿਹਰ ਦੀ ਨਜ਼ਰ ਕਰਤੀ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ। ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਪ੍ਰੇਮਾ ਭਗਤੀ ਕੀਤੀ ਵਾਹਿਗੁਰੂ ਦੀ, ਪਰਮਾਤਮਾ ਦਾ ਨਾਮ ਜਪਿਆ, ਉਹਨੇ ਸੁੱਖ ਪਾਇਆ ਸਦਾ ਹੀ, ਉਹਦੀ ਸਮਾਈ ਹਮੇਸ਼ਾ ਸਾਧ ਸੰਗਤ ਦੇ ਵਿੱਚ ਗੁਰੂ ਦੇ ਚਰਨਾਂ 'ਚ ਹੋਈ ਰਹਿੰਦੀ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਘਰ ਸੱਤਵਾਂ ਮਹੱਲਾ ਪੰਜਵਾਂ। ਲਾਲ ਝੋਲਨਾ ਤੈ ਤਨ ਸੋਹਿਆ, ਸੁਰਜਨ ਪਾਨੀ ਤਾਂ ਮਨ ਮੋਹਿਆ, ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੂੰ ਪਈ ਗੁਲਾਲੀ। ਰਹਾਓ। ਫਿਰ ਜਿਵੇਂ ਦੋ ਸਖੀਆਂ ਦੇ ਵਿੱਚ ਵਾਰਤਾਲਾਪ ਦੱਸ ਰਹੇ ਨੇ, ਇੱਕ ਸਖੀ ਨੂੰ ਪਰਮਾਤਮਾ ਦਾ ਅਨੁਭਵ ਹੋ ਗਿਆ, ਦੂਜੀ ਨੂੰ ਇਹ ਮਤਲਬ ਤਾਂਘ ਆ ਪੁੱਛਣ ਦੀ ਵੀ ਇਹਨੂੰ ਕਿਵੇਂ ਹੋਇਆ ਇਹ, ਹੈ ਨਾ। ਉਹ ਪੁੱਛਦੀ ਆ ਸਖੀ ਦੂਸਰੀ ਸਖੀ ਨੂੰ, ਕਹਿੰਦੀ ਵੀ ਤੇਰਾ ਜਿਹੜਾ ਇਹ ਸਾਰਾ ਸਰੀਰ ਰੂਪੀ ਚੋਲਾ ਇਹ ਲਾਲ ਮਤਲਬ ਹੋਇਆ, ਇਹ ਲਾਲ ਪ੍ਰੇਮ ਰੰਗ 'ਚ ਰੰਗਿਆ ਗਿਆ ਪਰਮਾਤਮਾ ਦੇ, ਵੀ ਤੂੰ ਪਰਮਾਤਮਾ ਦੇ ਰੰਗ ਵਿੱਚ ਰੰਗੀ ਹੋਈਆਂ, ਤੈਨੂੰ ਦੇਖ ਕੇ ਤੇਰੇ 'ਤੇ ਮੇਰਾ ਵੀ ਮਨ ਮੋਹਿਤ ਹੋ ਗਿਆ ਵੀ ਤੈਨੂੰ ਇਹ ਪਰਮਾਤਮਾ ਦੇ ਪ੍ਰੇਮ ਦਾ ਰੰਗ ਕਿਵੇਂ ਚੜ੍ਹਿਆ, ਵੀ ਕਿਸ ਹਿਸਾਬ ਨਾਲ ਤੈਨੂੰ ਇਹ ਪਰਮਾਤਮਾ ਨੇ ਆਪਣਾ ਪ੍ਰੇਮ ਰੰਗ ਦੇ ਦਿੱਤਾ। ਮੈਨੂੰ ਕਹਿੰਦੇ ਦੱਸ
ਤੈਨੂੰ ਇੰਨੀ ਪ੍ਰੇਮ 'ਚ ਰੰਗੀ ਦੇਖ ਕੇ ਮੇਰਾ ਮਨ ਤੈਨੂੰ ਪੁੱਛਣੇ ਤੇ ਕਰਦਾ ਵੀ ਤੇਰੇ ਤੇ ਕੀ ਕਿਰਪਾ ਹੋਈ ਆ। ਤੁਮ ਹੀ ਸੁੰਦਰ ਤੁਮ ਹੈ ਸੁਹਾਗ, ਤੁਮ ਕਰ ਲਾਲਨ ਤੁਮ ਕਰ ਪਾਗ। ਕਹਿੰਦੇ ਉਹ ਪਰਮਾਤਮਾ ਨੂੰ ਪਾ ਕੇ ਤੂੰ ਹੁਣ ਸੁੰਦਰ ਬਣ ਗਈਆਂ, ਤੇਰਾ ਪਰਮਾਤਮਾ ਸਥਿਰ ਦਾ ਸੁਹਾਗ ਬਣ ਗਿਆ, ਤੇਰੇ ਤੂੰ ਭਾਗਾਂ ਵਾਲੀਆਂ, ਤੇਰੇ ਹਿਰਦੇ ਘਰ ਵਿੱਚ ਪਰਮਾਤਮਾ ਆ ਗਿਆ। ਤੂੰ ਸਤਵੰਤੀ ਤੂੰ ਪ੍ਰਦਾਨ, ਤੂੰ ਪ੍ਰੀਤਮ ਪਾਨੀ ਤੂੰ ਹੀ ਸੁਰ ਗਿਆਨ। ਕਹਿੰਦੇ ਤੂੰ ਹੁਣ ਚੰਗੇ ਚੱਜ ਅਚਾਰ ਵਾਲ ਬਣ ਗਈਆਂ, ਤੇਰਾ ਹਰ ਇੱਕ ਜਗ੍ਹਾ 'ਤੇ ਆਦਰ ਹੁੰਦਾ, ਤੂੰ ਪਰਮਾਤਮਾ ਨੂੰ ਪਿਆਰੀ ਲੱਗਦੀਆਂ, ਤੈਨੂੰ ਆਤਮਿਕ ਗਿਆਨ ਮਿਲ ਗਿਆ। ਪ੍ਰੀਤਮ ਪਾਨੀ ਤਾਂ ਰੰਗ ਗੁਲਾਲ, ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ। ਫਿਰ ਉਹ ਕਹਿੰਦੀ ਆ ਕਿ ਵੀ ਤੈਨੂੰ ਪਰਮਾਤਮਾ ਨੇ ਨੂੰ ਭਾ ਗਈਆਂ ਤਾਂ ਤੇਰੇ 'ਚ ਪਰਮਾਤਮਾ ਦਾ ਪ੍ਰੇਮ ਰੰਗ ਤੇਰੇ 'ਚ ਆ ਗਿਆ। ਫਿਰ ਕਹਿੰਦੇ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ, ਜਿਸ ਜੀਵ 'ਤੇ ਵੀ ਨਾਨਕ ਜੀ ਕਹਿੰਦੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੁੰਦੀ ਆ, ਉਹ ਜੀਵ ਹਮੇਸ਼ਾ ਖਿੜੇ ਹਿਰਦੇ ਵਾਲਾ ਹੋ ਜਾਂਦਾ। ਸੁਨਰੀ ਸਖੀ ਇਹ ਹਮਰੀ ਕਾਲ, ਪ੍ਰਭ ਆਪ ਸਿਗਾਰ ਸਵਾਰਨ ਹਾਰ। ਰਹਾਓ ਦੂਜਾ। ਫਿਰ ਉਹ ਸਖੀ ਕਹਿੰਦੀ ਆ ਵੀ ਮੇਰੀ ਇਹੀ ਘਾਲ ਆ ਕਿ ਵੀ ਮੈਨੂੰ ਪਰਮਾਤਮਾ ਨੇ ਮਿਹਰ ਦੀ ਨਜ਼ਰ ਨਾਲ ਤੱਕਿਆ ਅਤੇ ਪਰਮਾਤਮਾ ਨੇ ਆਪਣੇ ਚਰਨਾਂ ਦਾ ਪ੍ਰੇਮ ਮੇਰੇ ਹਿਰਦੇ ਵਿੱਚ ਜਗਾ ਦਿੱਤਾ, ਅਤੇ ਫਿਰ ਪਰਮਾਤਮਾ ਨੇ ਹੀ ਮੇਰਾ ਆਤਮਿਕ ਜੀਵਨ ਆਪ ਹੀ ਸਵਾਰ ਦਿੱਤਾ। ਪਹਿਲਾਂ ਆਪ ਹੀ ਪਰਮਾਤਮਾ ਨੇ ਹਿਰਦੇ ਵਿੱਚ ਆਪਦੇ ਪ੍ਰਤੀ ਪ੍ਰੇਮ ਜਗਾਇਆ, ਫਿਰ ਉਸ ਪ੍ਰੇਮ ਨੂੰ ਸਿਰੇ ਚਾੜਨ ਦੇ ਲਈ ਸਾਰੀ ਵਿਧੀ ਪਰਮਾਤਮਾ ਨੇ ਆਪ ਹੀ ਬਣਾਈ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ। दुख कनो जब होते दूर, अब मसलत मोह मिली हदूर। चुका निहोरा सखी सहेरी, परम गया कुर पिर संग मेरी। रहाओ। परम गया गुर पिर संग मेरी। रहाओ। ਕਹਿੰਦੇ ਸਖੀ ਕਹਿੰਦੀ ਵੀ ਜਦੋਂ ਪਰਮਾਤਮਾ ਤੋਂ ਦੂਰ ਹੋਈਦਾ ਫਿਰ ਬੜਾ ਦੁੱਖ ਵਿਆਪਦਾ। ਹੁਣ ਕਹਿੰਦੇ ਵੀ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਮੈਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਟਿਕਾਣਾ ਮਿਲ ਗਿਆ, ਪਰਮਾਤਮਾ ਦੇ ਚਰਨਾਂ ਦਾ ਪ੍ਰੇਮ ਮਿਲ ਗਿਆ। ਹੁਣ ਜਦੋਂ ਪਰਮਾਤਮਾ ਦੇ ਚਰਨਾਂ ਦਾ ਪ੍ਰੇਮ ਮਿਲ ਗਿਆ ਤਾਂ ਫਿਰ ਮੇਰੇ ਕਹਿੰਦੇ ਸਾਰੇ ਜਿਹੜੇ ਹੈਗੇ ਨੇ ਨਾ ਗਿਲੇ ਸ਼ਿਕਵੇ ਉਹ ਖਤਮ ਹੋ ਗਏ ਨੇ ਸਾਰੇ। ਹੁਣ ਮੇਰੀ ਕੋਈ ਜਿੱਦਾਂ ਸ਼ਿਕਾਇਤਾਂ ਨਹੀਂ ਰਹੀਆਂ ਹੈਗੀਆਂ। ਹੁਣ ਜਦੋਂ ਗੁਰੂ ਦੇ ਮੈਨੂੰ ਪਰਮਾਤਮਾ ਦੇ ਨਾਲ ਮੇਲ ਦਿੱਤਾ ਤਾਂ ਮੇਰੀ ਸਾਰੇ ਭਰਮ ਭਟਕਣਾ ਖਤਮ ਹੋ ਗਈਆਂ ਨੇ। ਨਿਕਟ ਆਨ ਪ੍ਰਿਯ ਸੇਜ ਤਰੀ, ਕਾਣ ਕੱਢਣ ਤੇ ਛੂਟ ਪਰੀ। ਕਹਿੰਦੇ ਗੁਰੂ ਨੇ ਮੈਨੂੰ ਪਰਮਾਤਮਾ ਦੇ ਚਰਨਾਂ ਦੇ ਕੋਲ ਲੈ ਆਂਦਾ। ਹੁਣ ਕਹਿੰਦੇ ਫਿਰ ਮੇਰਾ ਇਸ ਤਰ੍ਹਾਂ ਮਿਲਾਪ ਕਰਾ ਦਿੱਤਾ। ਹੁਣ ਕਹਿੰਦੇ ਮੈਨੂੰ ਕਿਸੇ ਦੀ ਮੁਥਾਜੀ ਨਹੀਂ ਰਹੀ। ਮੰਦਰ ਮੇਰਾ ਸ਼ਬਦ ਉਜਾਰਾ, ਆਨੰਦ ਵਿਨੋਦੀ ਖਸਮ ਹਮਾਰਾ। ਕਹਿੰਦੇ ਮੇਰੇ ਘਰ ਮੰਦਰ ਦੇ ਵਿੱਚ, ਹਿਰਦੇ ਘਰ ਦੇ ਵਿੱਚ ਗੁਰੂ ਦੇ ਸ਼ਬਦ ਦੇ ਨਾਲ ਆਤਮਿਕ ਚਾਨਣ ਹੋ ਗਿਆ। ਉਹ ਪਰਮਾਤਮਾ ਜੋ ਬੜੇ ਅਸਚਰਜਮਈ ਹੈ, ਉਹ ਮੇਰਾ ਮਾਲਕ ਮੈਨੂੰ ਮਿਲ ਗਿਆ। ਮਸਤਕ ਭਾਗ ਮੈਂ ਪਿਰ ਘਰ ਆਇਆ, ਥਿਰ ਸੁਹਾਗ ਨਾਨਕ ਜਨ ਪਾਇਆ। ਕਹਿੰਦੇ ਮੇਰੇ ਮੱਥੇ ਦੇ ਵੱਡੇ ਭਾਗ ਉਗੜੇ ਨੇ ਜੋ ਪਤੀ ਪਰਮੇਸ਼ਰ ਮੇਰੇ ਹਿਰਦੇ ਵਿੱਚ ਆ ਵਸਿਆ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪਰਮਾਤਮਾ ਦਾ ਅਨੁਭਵ ਕਰ ਲਿਆ, ਪਰਮਾਤਮਾ ਨੂੰ ਪਾ ਲਿਆ, ਉਹਦਾ ਸੁਹਾਗ ਥਿਰ ਹੈ, ਕਿਉਂਕਿ ਪਰਮਾਤਮਾ ਕਦੇ ਜੰਮਦਾ ਤੇ ਮਰਦਾ ਨਹੀਂ, ਸਦਾ ਰਹਿਣ ਵਾਲਾ ਹੈ, ਅਵਿਨਾਸ਼ੀ ਹੈ। ਆਸਾ ਮਹੱਲਾ ਪੰਜਵਾਂ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ।
बाहर सूत सगल स्यों मौला, अलिपत रहूं जैसे जल मह कौला रहाओ। ਫਿਰ ਜਿਸ ਜੀਵ ਦਾ ਕਹਿੰਦੇ ਮਨ ਉਸ ਪਰਮਾਤਮਾ ਦੇ ਨਾਮ ਵਿੱਚ ਲੱਗ ਗਿਆ, ਨਾਮ ਵਿੱਚ ਲਿਵ ਲੱਗ ਗਈ ਕਹਿੰਦੇ, ਫਿਰ ਉਹ ਜੀਵ ਕਹਿੰਦਾ ਕਿ ਮੇਰਾ ਲੋਗਨ ਸਿਓ ਮੇਰਾ ਠਾਠਾ ਬਾਗਾ, ਕਹਿੰਦੇ ਮੇਰਾ ਕਹਿੰਦੇ ਮਨ ਪਰਮਾਤਮਾ ਦੇ ਨਾਲ ਪਰਮਾਤਮਾ ਦੇ ਚਰਨਾਂ 'ਚ ਲੱਗ ਗਿਆ, ਪਰਮਾਤਮਾ 'ਚ ਮੇਰੀ ਲਿਵ ਲੱਗ ਗਈ। ਕਹਿੰਦੇ ਪਰ ਲੋਕਾਂ ਦੇ ਨਾਲ ਵੀ ਮੇਰਾ ਵਰਤ ਵਰਤਾ ਹੈ, ਉਹ ਉੱਪਰੋਂ ਜਿੰਨੀ ਲੋੜ ਆ, ਪਰ ਅੰਦਰ ਆਤਮੇ ਹਮੇਸ਼ਾ ਪਰਮਾਤਮਾ ਨਾਲ ਮਿਲਾਪ ਰਹਿੰਦਾ, ਜੁੜਿਆ ਰਹਿੰਦਾ। ਕਹਿੰਦੇ ਪਰਮਾਤਮਾ ਦੇ ਨਾਲ ਮਿਲ ਕੇ ਹਮੇਸ਼ਾ ਉਹਦਾ ਅੰਦਰ ਖਿੜਿਆ ਰਹਿੰਦਾ। ਉਹ ਸਾਰਿਆਂ ਦੇ ਨਾਲ ਜਿਵੇਂ ਸ੍ਰਿਸ਼ਟੀ ਦੇ ਵਿੱਚ ਉਹਨੇ ਵਰਤ ਵਰਤਾ ਕਰਨਾ, ਜੀਵਨ ਦੇ ਜਿਹੜੇ ਜ਼ਰੂਰੀ ਕੰਮ ਨੇ ਉਹ ਕਰਦਾ। ਜਿਵੇਂ ਕਹਿੰਦੇ ਕਮਲ ਦਾ ਫੁੱਲ ਆ ਨਾ, ਉਹ ਚਿੱਕੜ ਦੇ ਵਿੱਚ ਅਲੇਪ ਰਹਿੰਦਾ, ਉੱਪਰ ਉੱਠ ਕੇ ਰਹਿੰਦਾ ਉੱਥੇ ਹੀ ਆ, ਪਰ ਉੱਪਰ ਉੱਠਿਆ ਹੁੰਦਾ। ਇਸ ਤਰ੍ਹਾਂ ਹੀ ਉਹ ਜੀਵ ਜਿਹਦਾ ਪਰਮਾਤਮਾ ਦੇ ਨਾਲ ਅੰਦਰ ਆਤਮੇ ਮਿਲਾਪ ਹੋ ਗਿਆ, ਉਹਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ। ਉੱਪਰੋਂ ਸਾਰਿਆਂ ਨਾਲ ਉਸ ਤਰ੍ਹਾਂ ਦਾ ਵਰਤ ਵਰਤਾ ਹੈਗਾ, ਪਰ ਅੰਦਰ ਆਤਮੇ ਉਹਦੀ ਜਿਹੜੀ ਹੈਗੀ ਆ ਤਾਰ ਪਰਮਾਤਮਾ ਨਾਲ ਜੁੜੀ ਰਹਿੰਦੀ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਉੱਪਰੋਂ ਤਾਂ ਕਹਿੰਦੇ ਉਹ ਬੋਲ ਚਾਲ ਕੇ ਸਭ ਨਾਲ ਗੱਲਾਂ ਕਰਦਾ, ਪਰ ਅੰਦਰੋਂ ਉਹਦਾ ਹਿਰਦਾ ਨਾ ਉਹ ਪਰਮਾਤਮਾ ਵੱਲ ਹੀ ਜੁੜਿਆ ਹੁੰਦਾ। ਦੀਸ ਆਵਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਇਹ ਮਨ ਰਾਲਾ। ਫਿਰ ਕਹਿੰਦੇ ਜਿਵੇਂ ਕਹਿੰਦੇ ਨੇ ਨਾ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਤੇ ਇਹ ਹੈਗਾ ਕਿ ਜਿਵੇਂ ਉਹ ਬੰਦਾ ਜਿਹਦਾ ਅੰਦਰਗਤੀ ਪਰਮਾਤਮਾ ਨਾਲ ਮੇਲ ਹੋ ਗਿਆ, ਉਹ ਦੂਜਿਆਂ ਨੂੰ ਲੱਗ ਰਿਹਾ ਹੁੰਦਾ ਕਿ ਵੀ ਪਤਾ ਨਹੀਂ ਇਹ ਬੜਾ ਵੀ ਰੁੱਖਾ ਜਿਹਾ ਹੈਗਾ, ਵੀ ਗੱਲਬਾਤ ਨਹੀਂ ਬਹੁਤੀ ਕਰਦਾ ਜਾਂ ਇਸ ਤਰ੍ਹਾਂ। ਪਰ ਉਹ ਕਹਿੰਦੇ ਮੈਂ ਉੱਪਰੋਂ ਚਾਹੇ ਰੁੱਖਾ ਦਿਸਦਾ, ਪਰ ਕਹਿੰਦੇ ਸਗਲ ਚਰਨ ਕੀ ਇਹ ਮਨ ਰਾਲਾ, ਜਿਹੜਾ ਮੇਰਾ ਮਨ ਹੁੰਦਾ ਨਾ ਉਹ ਸਾਰਿਆਂ ਦੀ ਚਰਨ ਧੂੜ ਹੋਇਆ ਰਹਿੰਦਾ, ਮੇਰੇ 'ਚ ਇੰਨੀ ਨਿਮਰਤਾ ਹੁੰਦੀ ਆ ਮਨ 'ਚ। ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਨਾਨਕ ਜੀ ਕਹਿੰਦੇ ਨੇ ਜਦੋਂ ਸੇਵਕ ਨੂੰ ਪੂਰਾ ਗੁਰੂ ਮਿਲ ਜਾਂਦਾ, ਫਿਰ ਉਹਦੀ ਇਹ ਜਿਹੜੀ ਆਪਾਂ ਪਿੱਛੇ ਗੱਲ ਕੀਤੀ ਆ ਨਾ, ਉਹਦੀ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਆ, ਕਿਉਂਕਿ ਗੁਰੂ ਨੇ ਉਸ ਨੂੰ ਪਰਮਾਤਮਾ ਹਰ ਇੱਕ ਜਗ੍ਹਾ 'ਤੇ ਵਿਆਪਕ ਦਿਖਾ ਦਿੱਤਾ, ਜਿਸ ਜੀਵ ਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਗਈ। ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ। ਆਸਾ ਮਹੱਲਾ ਪੰਜਵਾਂ। ਪਾਵਤ ਰਲਿਆ ਜੋਬਨ ਬਲਿਆ, ਨਾਮ ਬਿਨਾ ਮਾਟੀ ਸੰਗ ਰਲਿਆ। ਕਾਨ ਕੁੰਡਲਿਆ ਬਸਤਰ ਓਢ ਲਿਆ, ਸੇਜ ਸੁਖ ਲਿਆ ਮਨ ਗਰਵ ਲਿਆ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵਨ ਦੀ ਜਵਾਨੀ ਹੁੰਦੀ ਆ, ਜੀਵ ਜਵਾਨੀ ਵਾਲੇ ਕਹਿੰਦੇ ਸਮੇਂ 'ਤੇ ਹੁੰਦਾ, ਉਹਦੇ ਵਿੱਚ ਬੜੀ ਤਾਕਤ ਹੁੰਦੀ ਆ, ਫਿਰ ਕਹਿੰਦੇ ਉਹ ਆਪਣੇ ਸਰੀਰ ਨੂੰ ਬਣਾਉਣ ਵਿੱਚ ਹੀ ਲੱਗਿਆ ਰਹਿੰਦਾ, ਪਰ ਉਹ ਇਹ ਨਹੀਂ ਸੋਚਦਾ ਕਿ ਜਦੋਂ ਇਹਦੇ ਵਿੱਚੋਂ ਜਿੰਦ ਨਿਕਲਦੀ ਆ ਸਰੀਰ 'ਚੋਂ, ਸਰੀਰ ਤਾਂ ਮਿੱਟੀ ਆ, ਜਿਹੜਾ ਨਾਮ ਸੀ ਜਪਿਆ ਹੋਣਾ ਉਹਨੇ ਨਾਲ ਜਾਣਾ ਸੀ, ਨਾਮ ਜਪਿਆ ਨਹੀਂ, ਫਿਰ ਸਰੀਰ ਦਾ ਕੀ ਆ, ਮਿੱਟੀ ਰਲ ਗਈ, ਜੀਵਨ ਵਿਅਰਥ ਚਲੇ ਗਿਆ। ਉਹ ਬੜੇ ਆਪਣੇ ਕੰਨਾਂ 'ਚ ਕੁੰਡਲ ਪਾਉਂਦਾ, ਸੋਹਣੇ ਬਸਤਰ ਪਾਉਂਦਾ, ਸੋਹਣੇ ਬਿਸਤਰਿਆਂ 'ਤੇ ਸੌਂਦਾ, ਪਰ ਅੰਦਰ ਹੰਕਾਰ ਰਹਿੰਦਾ, ਪਰਮਾਤਮਾ ਦੇ ਨਾਮ ਦੀ ਕਦਰ ਨਹੀਂ ਸਮਝਦਾ ਹੈਗਾ। ਇਸ ਤਰ੍ਹਾਂ ਫਿਰ ਕਹਿੰਦੇ ਜਵਾਨੀ ਉਹ ਆਪਣੀ ਬਿਤਾ ਦਿੰਦਾ। ਇੱਥੇ ਮੈਨੂੰ ਇੱਕ ਛੋਟੀ ਜਿਹੀ ਸੰਖੇਪ ਦੇ ਵਿੱਚ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਸਾਖੀ ਸੰਗਤ ਜੀ। ਮੇਰੇ ਡੈਡੀ ਜੀ ਸੁਣਾਉਂਦੇ ਹੁੰਦੇ ਸੀ, ਛੋਟੇ ਹੁੰਦਿਆਂ ਤੋਂ ਹੀ ਸੁਣਦੇ ਆਏ ਹਾਂ, ਬੜੀ ਸੰਖੇਪ ਵਿੱਚ ਸੁਣਾ ਰਹੀ ਹਾਂ। ਇੱਕ ਵਾਰ ਕਹਿੰਦੇ ਇੱਕ ਰਾਜਾ ਰਾਣੀ ਸੀ, ਅਤੇ ਜਿਹੜਾ ਰਾਜਾ ਸੀ ਬੜੇ ਧਾਰਮਿਕ ਖਿਆਲਾਂ ਦਾ ਸੀ, ਪਰ ਰਾਣੀ ਮਤਲਬ ਜਿਸ ਤਰ੍ਹਾਂ ਆਪਾਂ ਇਹ ਜਵਾਨੀ ਦੀ ਗੱਲ ਕੀਤੀ ਹੈ ਨਾ, ਵੀ ਜਵਾਨੀ ਦਾ ਸਮਾਂ ਸੀ, ਤਾਂ ਉਹ ਮਤਲਬ ਇੱਧਰ ਧਰਮ ਦੇ ਕੰਮਾਂ ਵਿੱਚ ਆਉਣਾ ਨਹੀਂ ਸੀ ਚਾਹੁੰਦੀ। ਪਰ ਰਾਜੇ ਨੂੰ ਕਿਉਂਕਿ ਜੀਵਨ ਦਾ ਪਤਾ ਸੀ, ਅਸਲੀਅਤ ਦਾ, ਉਹ ਚਾਹੁੰਦਾ ਸੀ ਕਿ ਵੀ ਇਹਦਾ ਜੀਵਨ ਵਿਅਰਥ ਜਾ ਰਿਹਾ,
ਇੱਕ ਵਾਰ ਕੋਈ ਸਾਧੂ ਉਹਨਾਂ ਦੇ ਘਰ ਆਏ ਤਾਂ ਉਹਨੇ ਕਿਹਾ, ਮਤਲਬ ਰਾਣੀ ਬਾਰੇ ਦੱਸਿਆ ਕਿ ਵੀ ਇਹਦੀ ਇਹ ਅਵਸਥਾ ਹੈ ਮਨ ਦੀ, ਵੀ ਤੁਸੀਂ ਕੁਛ ਇਹਦੇ 'ਤੇ ਹੋ, ਜੇ ਕਰ ਸਕਦੇ ਹੋ ਕੋਈ ਸਿੱਖਿਆ ਦਿਓ ਇਹਨੂੰ। ਫਿਰ ਉਹ ਜਿਹੜੇ ਮਹਾਤਮਾ ਸੀ ਉਹ ਰਾਣੀ ਨੂੰ ਕਹਿੰਦੇ ਵੀ ਬੀਬਾ ਚਲੋ ਆਪਾਂ ਉਸ ਖੇਤ ਦੀ ਸੈਰ ਕਰਕੇ ਆਈਏ ਨਾ। ਤਾਂ ਕਹਿੰਦੇ ਇਸ ਤਰ੍ਹਾਂ ਕਰਦੇ ਹਾਂ ਵੀ ਮੈਂ ਬਾਹਰ ਦੀ ਖੇਤ ਦੇ ਤੁਹਾਨੂੰ ਅੱਗੇ ਜਾ ਕੇ ਮਿਲੂੰਗਾ ਅਤੇ ਤੁਸੀਂ ਖੇਤ ਵਿੱਚ ਦੀ ਲੰਘ ਕੇ ਆਉਣਾ, ਅਤੇ ਇਸ ਖੇਤ ਵਿੱਚੋਂ ਤੁਹਾਨੂੰ ਉਸੀ ਕੋਈ ਸਿੱਟਿਆਂ ਦਾ ਖੇਤ ਸੀਗਾ ਕਿਸੇ ਚੀਜ਼ ਦਿਆਂ ਦਾ, ਵੀ ਜਿਹੜਾ ਸਿੱਟਾ ਤੁਹਾਨੂੰ ਸਭ ਤੋਂ ਚੰਗਾ ਲੱਗੇ ਤੁਸੀਂ ਉਹ ਮੇਰੇ ਲਈ ਤੋੜ ਲਿਆਉਣਾ, ਵੀ ਉੱਥੇ ਮੈਂ ਤੁਹਾਡੀ ਮੈਂ ਉਡੀਕ ਕਰਦਾ ਹੈ ਨਾ। ਦੂਸਰੇ ਪਾਸੇ ਪਹੁੰਚ ਕੇ ਉਹ ਚਲੇ ਗਏ। ਤਾਂ ਉਹ ਰਾਣੀ ਕਰਦੀ ਕਰਦੀ ਇੱਦਾਂ ਮਤਲਬ ਸਾਰਾ ਖੇਤ ਲੰਘ ਗਈ, ਕੋਈ ਸਿੱਟਾ ਨਾ ਤੋੜ ਸਕੀ। ਅਤੇ ਜਦ ਨੂੰ ਉਹ ਮਹਾਤਮਾ ਕੋਲ ਪਹੁੰਚ ਗਈ ਅਤੇ ਉਹ ਕਹਿੰਦੇ ਵੀ ਕਿਸ ਤਰ੍ਹਾਂ ਬੇਟਾ, ਕੋਈ ਮੇਰੇ ਲਈ ਸਿੱਟਾ ਚੰਗਾ ਲੱਭਿਆ ਨਹੀਂ? ਉਹ ਕਹਿੰਦੇ ਵੀ ਲੱਭੇ ਤਾਂ ਬਹੁਤ, ਜਦੋਂ ਮੈਂ ਲੰਘਦੀ ਆਉਂਦੀ ਸੀ ਫਿਰ ਮੈਂ ਕਹਿੰਦੀ ਸੀ ਆਹ ਵੀ ਚੰਗਾ ਹੋਊ, ਆਹ ਚੰਗਾ ਹੋਊ, ਹੋਰ ਚੰਗਾ ਹੋਊ, ਅੱਗੇ ਹੋਰ ਚੰਗਾ ਹੋਊ, ਕਰਦੀ ਕਰਦੀ ਕਹਿੰਦੀ ਮੇਰੇ ਤੋਂ ਕੋਈ ਤੋੜਿਆ ਹੀ ਨਹੀਂ ਗਿਆ। ਫਿਰ ਉਹ ਕਹਿੰਦੇ ਵੀ ਇਹੀ ਜੀਵਨ ਆ, ਹੈ ਨਾ, ਵੀ ਆਪਾਂ ਸੋਚਦੇ ਹਾਂ ਵੀ ਆਪਾਂ ਅੱਗੇ ਕਰਾਂਗੇ ਜਾ ਕੇ ਉਹਦਾ ਨਾਂ ਅੱਗੇ ਲਵਾਂਗੇ, ਹੋਰ ਟਾਈਮ ਆਉਣਾ ਅੱਗੇ ਲਵਾਂਗੇ, ਅਤੇ ਇੱਦਾਂ ਕਰਦਿਆਂ ਕਰਦਿਆਂ ਇੱਦਾਂ ਜੀਵਨ ਲੰਘ ਜਾਂਦਾ। ਅਤੇ ਇਸ ਤਰ੍ਹਾਂ ਹੈ, ਸਾਖੀਆਂ ਸਾਰੀਆਂ ਇਸ ਤਰ੍ਹਾਂ ਹੁੰਦੀਆਂ ਕਿ ਸਮਝਾਉਣ ਲਈ ਹੁੰਦੀਆਂ ਨੇ ਨਾ, ਵੀ ਸਾਨੂੰ ਉਹਨਾਂ ਤੋਂ ਕੋਈ ਸਿੱਖਿਆ ਮਿਲ ਜੇ, ਕਿਤੇ ਸਾਡੇ ਮਨ ਨੂੰ ਮਤਲਬ ਚੋਟ ਲੱਗ ਜੇ, ਹੈ ਨਾ, ਕਿ ਪਰਮਾਤਮਾ ਦੇ ਵੱਲ ਨੂੰ ਮੁੜ ਜਾਏ। ਇਸ ਤਰ੍ਹਾਂ ਹੈਗਾ ਕਿ ਜੇ ਸਮਾਂ ਤਾਂ ਲੰਘਦਾ ਜਾਂਦਾ, ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਕਿ ਵੀ ਮਤਲਬ ਸਮੇਂ ਦੀ ਇੰਤਜ਼ਾਰ ਨਾ ਕਰੋ, ਉਡੀਕ ਨਾ ਕਰੋ, ਅੱਜ ਤੋਂ ਹੀ ਲੱਗ ਜਾਓ, ਹੁਣ ਤੋਂ ਹੀ ਲੱਗ ਜਾਓ, ਜਿੰਨਾ ਕੁ ਵੀ ਲੈ ਸਕਦੇ ਹੋ ਉਹਦਾ ਨਾਮ ਜਪੀਏ। ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਗਾ। ਨਾਮ ਲਿਆਈ ਇਹ ਭਵਜਲ ਤਰ ਹੋਣਾ, ਜੀਵਨ ਮੁਕਤ ਹੋਣਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਤਲੈ ਕੁੰਚਰੀਆ ਸਿਰ ਕਨਕ ਛਤਰੀਆ, ਹਰ ਭਗਤ ਬਿਨਾ ਲੈ ਧਰਨ ਗਡਲੀਆ। ਰੂਪ ਸੁੰਦਰੀਆ ਅਨੇਕ ਇਸਤਰੀਆ, ਹਰ ਰਸ ਬਿਨ ਸਭ ਸਵਾਦ ਫਿਕਰੀਆ। ਕਹਿੰਦੇ ਜੇ ਜੀਵ ਦੇ ਕੋਲ ਕਹਿੰਦੇ ਬਈ ਹੇਠਾਂ ਹਾਥੀ ਹੁਣ ਸਵਾਰੀ ਕਰਨ ਨੂੰ, ਵੀ ਚੰਗਾ ਖਾਂਦੇ ਪੀਂਦੇ ਘਰਾਣੇ ਦਾ ਹੋਵੇ, ਉੱਪਰ ਸਿਰ 'ਤੇ ਸੋਨੇ ਦੇ ਛਤਰ ਝੁੱਲਦੇ ਹੋਣ, ਫਿਰ ਵੀ ਕਹਿੰਦੇ ਉਹਦਾ ਕੋਈ ਲਾਭ ਨਹੀਂ ਜੇ ਪਰਮਾਤਮਾ ਦੇ ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਅੰਤ ਨੂੰ ਜਿਹੜਾ ਸਰੀਰ ਆ ਮਿੱਟੀ ਵਿੱਚ ਹੀ ਗੱਡਿਆ ਜਾਣਾ। ਜੇ ਕਹਿੰਦੇ ਜੀਵ ਦੇ ਕੋਲ ਆਪਣਾ ਸੋਹਣਾ ਰੂਪ ਆ, ਹੋਰ ਸੁੰਦਰ ਇਸਤਰੀਆਂ ਨੇ, ਪਰ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵਨ ਦੇ ਸਾਰੇ ਸਵਾਦ ਫਿੱਕੇ ਨੇ। ਉਹ ਪਰਮਾਤਮਾ ਦਾ ਜਿਹੜਾ ਨਾਮ ਰਸ ਆ ਉਹੀ ਸਰਬ ਸ੍ਰੇਸ਼ਟ ਰਸ ਆ। ਮਾਇਆ ਛਲੀਆ ਵਿਕਾਰ ਬਿਖਲੀਆ, ਸਰਣ ਨਾਨਕ ਪ੍ਰਭ ਪੁਰਖ ਦਇਲੀਆ। ਕਹਿੰਦੇ ਜੇ ਪਰਮਾਤਮਾ ਦਾ ਨਾਮ ਨਹੀਂ ਲੈਂਦਾ, ਫਿਰ ਮਾਇਆ ਨਹੀਂ ਠੱਗਿਆ ਹੁੰਦਾ ਅਤੇ ਵਿਕਾਰਾਂ ਵਿੱਚ ਹੀ ਗੁਲਤਾਨ ਹੁੰਦਾ। ਨਾਨਕ ਜੀ ਕਹਿੰਦੇ ਨੇ ਉਸ ਪਰਮਾਤਮਾ ਦੀ ਸ਼ਰਨ ਆਓ ਜੋ ਦਿਆਲੂ ਹੈ, ਜੋ ਸਾਡੇ 'ਤੇ ਦਇਆ ਕਰਨ ਵਾਲਾ ਹੈ। ਉਹਦੇ ਅੱਗੇ ਹੀ ਅਰਜ਼ੋਈ ਕਰੀਏ ਕਿ ਹੇ ਪਰਮੇਸ਼ਰ ਜੀ, ਸਾਨੂੰ ਆਪਣੇ ਨਾਮ ਦੀ ਦਾਤ ਦਿਓ, ਤਾਂ ਕਿ ਅਸੀਂ ਨਾਮ ਜਪ ਕੇ ਇਸ ਮਨੁੱਖਾ ਜੀਵਨ ਨੂੰ ਸਫਲ ਕਰਕੇ ਜਾਈਏ, ਮਨੁੱਖਾ ਜੀਵਨ ਦਾ ਲਾਹਾ ਖੱਟ ਸਕੀਏ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ, ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।